ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ ਦੋਸਤੋ। ਮੈਨੂੰ ਪਤਾ ਕਿ ਤੁਸੀਂ ਕਹਾਣੀ ਦੀ ਰੋਜ਼ ਵੇਟ ਕਰਦੇ ਹੋ। ਅੱਜ ਮੈਂ ਤੁਹਾਨੂੰ ਦੱਸਦੀ ਹਾਂ ਕਿ ਮਤਲਬ ਕਿ ਮੈਂ ਕੁਛ ਲਿਖਦੀ ਨਹੀਂ, ਮੈਂ ਬ੍ਰੇਨ 'ਚ ਨਾ ਜੋ ਮੈਂ ਕੈਮਰੇ ਦੇ ਸਾਹਮਣੇ ਬੈਠੀ ਹਾਂ ਸੱਚ ਬੋਲਦੀ ਪਈ ਹਾਂ ਕਿ ਜੋ 37 ਸਾਲ ਪਹਿਲਾਂ ਇੱਕ ਦਿਨ ਵਿੱਚ ਹੋਇਆ ਸੀ ਉਹ ਯਾਦ ਕਰਕੇ ਪਹਿਲਾਂ ਲਿਆਉਂਦੀ ਹਾਂ। ਜਦੋਂ ਮੈਂ ਜਸਪਾਲ ਨੂੰ ਮਿਲੀ ਹੈ ਨਾ ਤੇ ਮੈਂ ਕੀ ਕਰਨਾ ਸ਼ੁਰੂ ਕੀਤਾ ਸੀ ਕਿ ਮੈਂ ਬਹੁਤ ਜ਼ਿਆਦਾ ਦੁਖੀ ਹਾਂ ਤੇ ਮੈਂ ਉਹਨਾਂ ਗਲੀਆਂ ਦੇ ਨਾ ਚੱਕਰ ਲਾਇਆ ਕਰ ਦਿੰਦੀ ਹਾਂ ਕੈਲੀਫੋਰਨੀਆ 'ਚ। ਤੇ ਫਿਰ ਮੈਂ ਸੋਚਿਆ ਕਿ ਮੇਰੀ ਮੈਰਿਜ ਡਾਊਨ-ਟੋਲ ਹੋ ਜੂਗੀ ਤੇ ਮੈਂ ਹਰ ਚੀਜ਼ ਨੂੰ ਨਾ ਭੁਲਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਮੈਂ ਭੁਲਾਉਂਦੀ ਹਾਂ ਚੀਜ਼ਾਂ ਤੇ ਕੀ ਹੋਇਆ ਕਿ ਮੇਰੀ ਜਿਹੜੀ ਚੰਗੀ ਮੈਮਰੀ ਸੀ, ਹੁਣ ਮੈਨੂੰ ਕੋਈ ਕਹੇ ਨਾ ਕਿ ਉਹ ਤੇਰੇ ਆਪਣੇ ਰਿਸ਼ਤੇ ਜਿਹੜੇ ਚਲੇ ਵੀ ਗਏ ਆ, ਮਦਰ, ਬ੍ਰਦਰ, ਫਾਦਰਸ, ਗ੍ਰੈਂਡ ਪੇਰੈਂਟਸ, ਤੂੰ ਉਹਨਾਂ ਦੀ ਚੰਗੀ ਮੈਮਰੀ ਯਾਦ ਕਰ। ਪਰ ਪ੍ਰੋਬਲਮ ਇਹ ਆ ਕਿ ਮੈਂ ਬਹੁਤ ਜ਼ਿਆਦਾ ਪਿਛਲੇ 21 ਸਾਲ ਮਤਲਬ ਪਹਿਲੇ 5 ਸਾਲ ਸ਼ਾਦੀ ਦੇ ਮੈਂ ਬਹੁਤ ਉਹਨੂੰ ਚੀਜ਼ਾਂ ਨੂੰ ਬੜਾ ਸੁੱਟਦੀ ਗਈ। ਮਤਲਬ ਕਿ ਮੈਂ ਭੁਲਾਉਣ ਜ਼ਬਰਦਸਤੀ ਮਤਲਬ ਕਿ ਆਪਣੇ ਦਿਮਾਗ 'ਚੋਂ ਕੱਢਣ ਦੀ ਕੋਸ਼ਿਸ਼ ਕਰਦੀ ਰਹੀ। ਤੇ ਜਿਹਦੇ ਨਾਲ ਮੇਰੀ ਚੰਗੀ ਮੈਮਰੀ ਵੀ ਗਈ ਔਰ ਮੇਰੀ ਮੈਮਰੀ ਦੇ ਵਿੱਚ ਮਤਲਬ ਕਿ ਫਾਲਟ ਵੀ ਆਇਆ ਮੇਰੀ ਮੈਮਰੀ, ਜਿਵੇਂ ਤੁਸੀਂ ਕਹਿੰਦੇ ਜੇ ਰੋਜ਼ ਦੀ ਡੇਲੀ ਲਾਈਫ 'ਚ। ਤੇ ਉਹਦੇ ਤੁਹਾਨੂੰ ਫਰਕ ਵੀ ਪੈਂਦਾ ਜੇ ਤੁਸੀਂ ਆਪਣੀਆਂ ਪੇਨ ਨੂੰ ਨਾ, ਜੇ ਤੁਸੀਂ ਆਪਣੀਆਂ ਤਕਲੀਫਾਂ ਨੂੰ ਕੱਢੋ, ਪਰਾਂ ਸੁੱਟੋ, ਤੇ ਇਹ ਨਹੀਂ ਹੁੰਦਾ ਕਿ ਉਹ ਆਰਾਮ ਨਾਲ ਹੀ ਨਿਕਲ ਜਾਂਦੀਆਂ ਨੇ। ਉਹਨਾਂ ਸਾਡੀ ਜਿਹੜਾ ਡੇਲੀ ਦਾ ਰੂਟੀਨ ਆ, ਡੇਲੀ ਦੀਆਂ ਗੱਲਾਂ ਨੇ ਜਾਂ ਜ਼ਿੰਦਗੀ ਦੇ ਵਿੱਚ ਰੋਜ਼ ਚੱਲਣ ਵਾਲੇ ਉਹਦੇ ਵਿੱਚ ਕਾਫੀ ਫਰਕ ਪੈਂਦਾ ਹੈਗਾ। ਦੂਸਰਾ ਮੈਂ ਤੁਹਾਨੂੰ ਇਹ ਦੱਸਣਾ ਸੀ ਕਿ ਜਦੋਂ ਹੀ ਮੈਂ ਪਿੱਛੇ ਸੁਣਾ ਰਹੀ ਤੁਹਾਨੂੰ ਹੈ ਨਾ ਗੱਲ ਕਹਾਣੀ ਸ਼ੁਰੂ ਕੀਤੀ, ਜਦੋਂ ਮੈਂ ਇਸ ਮਤਲਬ ਕਿ ਇਸ ਵਾਲੀ ਇਹ ਬੈਟਰ ਐਕਸਪੀਰੀਅੰਸ ਦੀ ਤੇ ਤੁਸੀਂ ਮਤਲਬ ਮੈਂ ਕਿ ਤੁਹਾਨੂੰ ਮੈਂ ਦੱਸਿਆ ਮੈਂ ਪਹਿਲਾਂ ਵੀ ਇੱਦਾਂ ਫੋਟਾ ਹੋ ਜਾਂਦੀ ਹਾਂ। ਤੇ ਜਦੋਂ ਮੈਂ ਕਹਾਣੀ ਤੁਹਾਨੂੰ ਸੁਣਾ ਕੇ ਹਟਦੀ ਹਾਂ ਨਾ, ਮੈਂ ਸੁਣਾਉਂਦੀ ਤਕਰੀਬਨ ਉਦੋਂ ਹੀ ਹੁੰਦੀ ਹਾਂ ਵੀ ਜੋ ਜਸਪਾਲ ਜੋਬ 'ਤੇ ਰਾਤ ਨੂੰ 1 ਵਜੇ ਚੱਲ ਜਾਂਦੇ। ਸੱਚ ਦੱਸਾਂ ਮੈਂ ਇਹ ਟਾਈਮ ਚੁਣਿਆ ਆ, ਹੁਣ ਮੈਂ ਅੱਜ ਉਹ ਕਰੀ ਆ ਤੇ ਮੈਂ ਪਰਮਿਸ਼ਨ ਲਈ ਆ, ਮਤਲਬ ਕਿ ਮੈਂ ਜਦੋਂ ਚਲੇ ਜਾਂਦੇ ਉਦੋਂ ਸੁਣਾਉਂਦੀ ਕਿਉਂਕਿ ਮੈਨੂੰ ਚੰਗਾ ਨਹੀਂ ਲੱਗਦਾ ਹੈ ਨਾ ਕਿ ਮੈਂ ਉਦੋਂ ਸੁਣਾਵਾਂ ਹੈ ਨਾ। ਤੁਹਾਨੂੰ ਜਸਪਾਲ ਨੂੰ 2 ਦਿਨ ਆਫ ਸੀ ਤੇ ਮੈਂ ਸੋਚਣੀ ਸੀ ਚੱਲ ਨਹੀਂ ਕਰਦੀ, ਫਿਰ ਮੈਂ 3 ਦਿਨ ਆਪ ਕੰਮ 'ਤੇ ਚੱਲ ਜਾਣਾ ਹੁੰਦਾ। ਪਰ ਮੈਂ ਇਹਨੂੰ ਤਾਂ ਕੰਟੀਨਿਊ ਕਰਨਾ ਨਾ, ਜਿਵੇਂ ਮੈਂ ਪ੍ਰੋਮਿਸ ਕੀਤਾ ਕਿ ਮਤਲਬ ਕਿ ਸਾਰਾ ਕੁਝ ਦੱਸਣਾ ਹੈ ਨਾ ਪਹਿਲੇ ਦਿਨ ਤੋਂ ਕਿ ਕਿਵੇਂ ਮੈਂ ਦਾਜ ਦੀ ਪਲੀ ਚੜੀ ਜਾਂ ਮੇਰੀ ਕਰੂਪਤਾ ਜਾਂ ਕੁਛ ਮੇਰੇ ਘਰ ਦੀਆਂ ਮਜਬੂਰੀਆਂ, ਜਾਂ ਮੈਨੂੰ ਨਹੀਂ ਪਤਾ ਮਜਬੂਰੀ ਕਈ ਵਾਰ ਕੁੜੀਆਂ ਨਾ ਆਪੇ ਸਮਝ ਲੈਂਦੀਆਂ ਨੇ ਤੇ ਪਰ ਤੁਹਾਨੂੰ ਪਤਾ ਨਹੀਂ ਹੁੰਦਾ ਤੁਹਾਡੇ ਪੇਰੈਂਟਸ ਦੀ ਕਿੱਥੋਂ ਤੱਕ ਪਹੁੰਚ ਹੋਵੇ, ਸ਼ਾਇਦ ਅਸਮਾਨ ਤੱਕ। ਪਰ ਕੁੜੀਆਂ ਬਹੁਤ ਜਿਹੜੀਆਂ ਵਿਚਾਰੀਆਂ ਜੀਆਂ ਹੁੰਦੀਆਂ ਉਹ ਆਪਣੇ ਪੇਰੈਂਟਸ ਨੂੰ ਬਹੁਤ ਜ਼ਿਆਦਾ ਪ੍ਰੋਟੈਕਟ ਕਰਦੇ, ਜਿਵੇਂ ਮੈਂ ਉਹਨਾਂ 'ਚੋਂ ਬਹੁਤ ਜ਼ਿਆਦਾ। ਪਰ ਮੈਨੂੰ ਪਤਾ ਹੀ ਨਹੀਂ ਕਿ ਮੇਰੇ ਘਰਦਿਆਂ ਦੀ ਪਹੁੰਚ ਬਹੁਤ ਦੂਰ ਤੱਕ ਹੈਗੀ ਆ, ਪਰ ਮੈਂ ਉਹਨਾਂ ਨੂੰ ਵਿਚਾਰੇ ਜਿਹੇ ਬਣਾ ਕੇ ਤੇ ਮਤਲਬ ਜਿਵੇਂ ਸਮਝੋ ਕਿ ਗੱਡੀ ਦੇ ਥੱਲੇ ਆ ਗਈ ਆਪ ਹੀ। ਤੇ ਦੱਸਣ ਲੱਗੀ ਹਾਂ ਤੁਹਾਨੂੰ ਕਿ ਜਦੋਂ ਮੈਂ ਇੱਦਾਂ ਸੁਣਾ ਕੇ ਹਟਦੀ ਹਾਂ ਤੇ ਬਾਅਦ ਵਿੱਚ ਮੈਂ ਨਾ ਬਹੁਤ ਜ਼ਿਆਦਾ ਹੁੰਦੀ ਹਾਂ। ਤੇ ਉਹ ਤੋਂ ਬਾਅਦ ਮੈਂ ਜੋ ਤੁਹਾਡੇ ਸਾਰਿਆਂ ਦੇ ਕਮੈਂਟਸ ਪੜ੍ਹਦੀ ਹਾਂ, ਇੱਕ ਦੇ ਕਮੈਂਟ ਕਰਦੀ, ਮੈਂ ਜਵਾਬ ਨਹੀਂ ਦਿੰਦੀ ਤੇ ਮੈਂ ਸੋਚਦੀ ਮੈਂ ਜਵਾਬ ਨਹੀਂ ਦਿਆ ਕਰੂੰਗੀ ਹੈ ਨਾ। ਤੁਹਾਨੂੰ ਪਤਾ ਉਹਦੇ ਵਿੱਚ ਕੁਛ ਹੋਟਾਂ ਦੇ ਵੀ ਕਮੈਂਟ ਹੋ ਸਕਦੇ ਤੇ ਪਰ ਮੈਂ ਸਾਰੇ ਕਮੈਂਟ ਇੰਨੇ ਪਿਆਰੇ, ਲਵ ਯੂ ਆਲ ਤੁਹਾਡੀ ਸਪੋਰਟ ਲਈ। ਤੇ ਤੁਸੀਂ ਕਹਿੰਦੀਆਂ ਜੇ ਕਿ ਤੁਸੀਂ ਬਹੁਤ ਰੋਏ, ਤੇ ਜਦੋਂ ਮੈਂ ਉਹ ਕਮੈਂਟ ਪੜ੍ਹਦੀ ਹਾਂ ਨਾ ਤੇ ਮੇਰੀਆਂ ਪੋਪਾਂ ਨਿਕਲ ਜਾਂਦੀਆਂ ਵੀ ਤੁਸੀਂ ਰੋਏ ਮੇਰੇ ਲਈ, ਤੇ ਮੈਂ ਬਹੁਤ ਜ਼ਿਆਦਾ ਡਿਸਟਰਬ ਹੋ ਜਾਂਦੀ ਹਾਂ। ਤੇ ਜਿਨ੍ਹਾਂ ਦਿਨਾਂ 'ਚ ਮੈਂ ਕਹਾਣੀ ਸੁਣਾਉਂਦੀ ਹਾਂ ਨਾ, ਉਸ ਦਿਨ ਮੈਨੂੰ ਇੱਦਾਂ ਲੱਗਦਾ ਹੁੰਦਾ ਕਿ ਜਿਵੇਂ ਕਿਸੇ ਨੇ ਪੂਰੀ ਤਰ੍ਹਾਂ ਝੱਬਿਆ ਹੈਗਾ, ਕਿਉਂਕਿ ਮੇਰੀ ਕੰਡੀਸ਼ਨ ਨਾ ਇੱਦਾਂ ਹੋ ਜਾਂਦੀ ਮੈਂਟਲੀ। ਸਰੀਰਕ ਤੌਰ 'ਤੇ ਤੁਹਾਨੂੰ ਪਤਾ ਹੀ ਆ ਮੈਂ ਹੱਟੀ ਕੱਟੀਆਂ ਕੋਈ ਨਹੀਂ ਆ, ਪਰ ਜਦੋਂ ਮੈਂਟਲੀ ਇਨਸਾਨ ਜੇ ਹੈਲਥੀ ਆ ਤੇ ਤਾਂ ਵੀ ਮੈਂਟਲੀ ਹੈਲਥੀ ਆ, ਜੇ ਅਨਹੈਲਥੀ ਆ ਤੇ ਤਾਂ ਵੀ ਮੈਂਟਲੀ ਆ। ਸਰੀਰਕ ਤੌਰ 'ਤੇ ਕੋਈ ਬਿਮਾਰੀ ਨਹੀਂ ਹੁੰਦੀ ਕਿਸੇ ਨੂੰ, ਇਹ ਸਭ ਦਿਮਾਗ ਦੇ ਉੱਤੇ ਹੀ ਸਭ ਚੀਜ਼ਾਂ ਚੱਲਦੀਆਂ ਨੇ। ਤੇ ਮੈਂ ਜਿਨ੍ਹਾਂ ਦਿਨਾਂ 'ਚ ਸੁਣਾਉਂਦੀ ਹਾਂ ਨਾ ਤੇ ਮੈਂ ਬਹੁਤ ਹਾਰ ਹੰਬ ਜਾਂਦੀ ਹੈਗੀ ਹਾਂ, ਪਰ ਮੈਂ ਸੁਣਾਉਣੀ ਹਾਂ, ਜ਼ਰੂਰ ਸੁਣਾਉਣੀ ਹਾਂ।
ਤੇ ਕੋਈ ਗੱਲ ਨਹੀਂ ਇਸ ਚੀਜ਼ ਦੀ। ਪਰ ਜਦੋਂ ਤੁਸੀਂ ਜਦੋਂ ਮੈਂ ਆਲਰੇਡੀ ਹੋ ਜਾਂਦੀ ਤੇ ਜੋ ਮੈਂ ਕਮੈਂਟ ਪੜ੍ਹਦੀ ਰਾਤ ਨੂੰ ਜਾਂ ਮਤਲਬ ਆਉਂਦੇ ਆ ਤੇ ਇੰਨੇ ਪਿਆਰੇ ਤੁਹਾਡੇ ਕਮੈਂਟਸ ਹੁੰਦੇ ਆ ਤੇ ਤੁਸੀਂ ਕਹਿੰਦੇ ਮੈਂ ਰੋਈ ਮੈਂ ਰੋਈ ਮੈਂ ਰੋਈ, ਤੁਸੀਂ ਕਹਿੰਦੇ ਜੇ ਤੇ ਮੈਂ ਵੀ ਮੇਰੀਆਂ ਭੁੱਬਾਂ ਨਿਕਲਦੀਆਂ ਬਹੁਤ। ਤੁਸੀਂ ਰੋਏ ਜਿਹੜੀ ਮੈਂ ਤੁਹਾਨੂੰ ਕਹਾਣੀ ਸੁਣਾਈ, ਤਾਂ ਕਹਾਣੀ ਇਹਦੇ ਕੁਛ ਵੀ ਨਹੀਂ ਸੀ। ਅੱਜ ਤਾਂ ਮੈਂ ਇੰਡੀਆ ਹੀ ਫਿਰਨ ਲਈ ਸਾਂ ਤੇ ਤੁਸੀਂ ਉਸ ਚੀਜ਼ ਤੇ ਰੋਏ। ਅਜੇ ਮੈਂ ਇੰਡੀਆ ਦਾ ਬਾਰਡਰ ਕ੍ਰੋਸ ਨਹੀਂ ਕੀਤਾ ਹੈਗਾ ਤੇ ਤੁਸੀਂ ਤਾਂ ਰੋਏ ਹੈ ਨਾ। ਸੁਣ ਕੇ ਤੁਹਾਨੂੰ ਤਾਂ ਲੱਗਾ ਕਿ ਇਹ ਵੀ ਕਿੰਨੀ ਦੁਖੀ ਹੈਗੀ ਆ ਹੈ ਨਾ। ਅੱਜ ਮੈਂ ਇੰਡੀਆ ਹੀ ਘੁੰਮ ਰਹੀ ਹਾਂ। ਅਜੇ ਤੁਸੀਂ ਵੇਖ ਲਓ ਕਿ ਮੈਂ ਆਪਣੀ ਮੰਮੀ ਨੂੰ ਆਪਣੇ ਭਰਾ ਨੂੰ ਵੇਖ ਸਕਣੀ ਹਾਂ। ਉਸ 1 ਸਾਲ ਦੇ ਵਿੱਚ ਮੈਂ 2 ਵਾਰੀ ਵੇਖਿਆ ਹੈਗਾ। ਤੇ ਉਹ ਕਹਾਣੀ ਜਿਹੜੀ ਮੈਂ ਸ਼ੁਰੂ ਕੀਤੀ ਆਪਣੇ ਵਿਆਹ ਵਾਲੇ ਦਿਨ ਤੋਂ, ਤੇ ਜਿਹੜਾ ਤੁਹਾਨੂੰ ਮੈਂ ਦੱਸਿਆ ਹੁਣ ਤੱਕ ਕਿ ਉਹ ਇੱਕ ਤੇ ਉਹ ਮੇਰਾ ਰਿਸ਼ਤੇਦਾਰ ਹੀ ਦੂਰ ਦਾ, ਦੂਸਰਾ ਇਹ ਕਿ ਉਹਨੇ ਖੁਦ ਮੈਨੂੰ ਚੁਣਿਆ ਸੀ, ਤੀਸਰਾ ਇਹ ਕਿ ਕਿਵੇਂ ਉਹ ਮਿਲਿਆ ਸੀ ਤੁਹਾਨੂੰ ਦੱਸ ਚੁੱਕੀ ਹਾਂ। ਫਿਰ ਕਿਵੇਂ ਵਿਆਹ ਹੋਇਆ ਤੇ ਮੈਨੂੰ ਲੱਗਦਾ ਕਿ ਮੇਰੀ ਮੰਮੀ ਨੇ ਤਾਂ ਹੀ ਵਿਆਹ ਕੀਤਾ ਹੋਊਗਾ ਕਿ ਦਾਜ ਨਾ ਦੇਣਾ ਪਵੇ ਜਾਂ ਉਸ ਜਗ੍ਹਾ 'ਤੇ ਹੈ ਨਾ, ਮਤਲਬ ਕਿ ਕੁਛ ਵੇਖਿਆ ਨਹੀਂ ਮੇਰੇ ਲਈ। ਜਾਂ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਮੈਂ ਬਾਹਰਲੇ ਦੇਸ਼ ਜਾਣਾ ਵਾ, ਬਾਹਰਲੇ ਦੇਸ਼ ਜਾਣਾ ਵਾ। ਪਤਾ ਨਹੀਂ ਮੈਂ ਕਿਉਂ ਕਹਿੰਦੀ ਹਾਂ, ਤੁਸੀਂ ਯਕੀਨ ਨਹੀਂ ਕਰਨਾ, ਸ਼ਾਇਦ ਮੈਂ ਇੰਡੀਆ ਸੁਖੀ ਰਹਿੰਦੀ ਹੈ ਨਾ। ਪਰ ਖੈਰ ਇਹ ਤੇ ਜਿਵੇਂ ਹੀ ਨਸੀਬ ਹੈਗੇ ਆ ਨਾ ਉਹਦੇ ਨਾਲ ਭੁਗਤਣਾ ਹੀ ਪੈਣਾ। ਤੇ ਤੁਸੀਂ ਜੋ ਕਹਿੰਦੇ ਰੋਂਦੇ ਆ ਤੁਸੀਂ, ਤੇ ਮੈਨੂੰ ਬਹੁਤ ਦੁੱਖ ਹੁੰਦਾ। ਹੋਰ ਮੈਂ ਹੋਰ ਬਹੁਤ ਜ਼ਿਆਦਾ ਆਪ ਰੋਂਦੀ ਹਾਂ ਤੁਹਾਡੇ ਕਮੈਂਟਸ ਵੇਖਣ ਤੋਂ ਬਾਅਦ। ਹੁਣ ਇੰਡੀਆ ਤੋਂ ਵੀਜ਼ਾ ਜਿੱਦਣ ਹੈਗਾ ਹੀ, ਮਤਲਬ ਕਿ ਵੀਜ਼ਾ ਵੀ ਮਿਲ ਚੁੱਕਾ ਹੈ ਤੁਹਾਨੂੰ ਪਤਾ। ਫਿਰ ਜਾਣ ਦੀ ਤਿਆਰੀ ਹੋਣੀ ਸੀ ਤੇ ਸੱਦਣ ਵਾਲੇ ਕੌਣ ਸੀ? ਸਾਡੇ ਆਪਣੇ ਕਜ਼ਨ ਸਨ, ਮੇਰੇ ਡੈਡੀ ਦੇ ਮਾਸੀ ਦੇ ਬੇਟੇ। ਮਤਲਬ ਬਹੁਤ ਕਾਇੰਡ ਹੀ, ਮਤਲਬ ਬਹੁਤ ਕਾਇੰਡ ਫੈਮਿਲੀ ਸੀ ਤੇ ਪਨਾਮਾ ਵਿੱਚ ਰਹਿੰਦੇ, ਉਹਨਾਂ ਦੇ ਆਪਣੇ ਬਿਜ਼ਨਸ ਸੀ। ਤੇ ਦਰਅਸਲ ਕਿ ਉਹਨਾਂ ਹੀ ਚਾਹੁੰਦੇ ਹੋਣਗੇ ਕਿ ਪਹਿਲਾਂ ਤੇ ਮੁੰਡੇ ਨੇ ਸੀ ਕਿ ਮੈਨੇ ਮੈਂ ਨਹੀਂ ਤੇ ਉਹ ਹੋਰ ਕੋਈ ਉਹਨਾਂ ਦੀ ਵਾਈਫ ਕੋਈ ਆਪਣੇ ਲਈ ਕੋਈ ਕੁੜੀ ਲੱਭ ਸਕਦੀ ਸੀ ਜਾਂ ਲੱਭਦੀ, ਤੇ ਸ਼ਾਇਦ ਲੱਭਦੀ ਵੀ ਨਾ, ਪਤਾ ਹੀ ਉਹਨੂੰ ਕਰਦੇ। ਪਰ ਇਹਨਾਂ ਦੇ ਦਿਮਾਗ ਵਿੱਚ ਹੈਗਾ ਹੀ ਤੇ ਇਹਨਾਂ ਨੇ ਮੈਨੂੰ ਜਿਵੇਂ ਯੂਜ਼ ਕਰ ਲਿਆ। ਤੇ ਹੁਣ ਮੈਂ ਇੱਕ ਹੋਰ ਗੱਲ ਦੱਸਣੀ ਆ, ਮੇਰੇ ਜਿਵੇਂ ਦਿਮਾਗ ਦੇ ਵਿੱਚ ਆ ਰਹੀ ਆ ਕਿ ਮੈਂ ਹੁਣ ਇਹ ਪਿਛਲੇ 15 ਸਾਲ ਦੀਆਂ ਛੋਟੀ ਛੋਟੀ ਚੀਜ਼ਾਂ ਕਲੈਕਟ ਕਰ ਰਹੀ ਹਾਂ। ਤੇ ਜਿਵੇਂ ਤੁਹਾਨੂੰ ਮੈਂ ਦੱਸਿਆ ਨਾ ਕਿ ਮੈਂ ਉਸ ਟਾਈਮ ਇੰਨਾ ਜ਼ਿਆਦਾ ਮੇਰਾ ਤੇਜ਼ ਨਹੀਂ ਕੰਮ, ਮਤਲਬ ਮੈਂ ਸਲੋ ਵੀ ਨਹੀਂ ਕਰ ਸਕਦੀ, ਮੈਂ ਡਮ ਵੀ ਨਹੀਂ ਹਾਂ ਵੀ ਤੁਹਾਨੂੰ ਅੱਗੇ ਪਤਾ ਲੱਗ ਜਾਊਗਾ ਕਿ ਮੈਂ ਕੀ ਹਾਂ, ਕਿ ਮੈਨੂੰ ਵੀ ਨਹੀਂ ਪਤਾ। ਤੁਹਾਨੂੰ ਜੇ ਪਤਾ ਲੱਗਾ ਤੁਸੀਂ ਮੈਨੂੰ ਦੱਸਿਓ। ਮਤਲਬ ਕਿ ਵਿਆਹ ਇੱਕ ਅਰੇਂਜ ਮੈਰਿਜ ਸੀ ਔਰ ਸਾਰਿਆਂ ਦਾ ਇਹੀ ਕਿ ਅਸੀਂ ਦੋਨੋਂ ਬਾਹਰ ਆ ਜਾਵਾਂਗੇ। ਤੇ ਉਹ ਕਜ਼ਨ ਜਿਹੜੇ ਸੀ, ਸਭ ਤੋਂ ਵੱਡੇ ਕਜ਼ਨ ਹੀ, ਤੇ ਮਤਲਬ ਕਿ ਉਹਨਾਂ ਦੇ ਇੱਕ ਬਿਜ਼ਨਸ ਸੀ, ਡਿਸਕੋ ਕਲੱਬ ਸੀ, ਕਾਫੀ ਬਿਜ਼ਨਸ ਸੀ ਉਹਨਾਂ ਦੇ ਪਨਾਮਾ ਦੇ ਵਿੱਚ। ਤੇ ਉਹਨਾਂ ਨੇ ਆਖਿਆ ਹੋਊਗਾ ਕਿ ਚਲੋ ਇਹਨਾਂ ਦੋਵਾਂ ਨੂੰ। ਪਰ ਮੈਨੂੰ ਪਨਾਮਾ ਦੀ ਹਿਸਟਰੀ ਬਾਰੇ ਕੁਛ ਪਤਾ ਨਹੀਂ ਵੀ ਪਨਾਮਾ ਕਿੱਦਾਂ ਦਾ ਦੇਸ਼ ਹੁੰਦਾ ਵਾ ਜਾਂ ਕੀ ਹੁੰਦਾ, ਕੁਛ ਨਹੀਂ ਤਾਂ ਮੈਂ ਜਾਣਨਾ ਚਾਹੁੰਦੀ। ਮੈਨੂੰ ਇੰਨਾ ਪਤਾ ਕਿ ਚਲੋ ਇੰਡੀਆ ਤੋਂ ਫੋਰਨ ਕੰਟਰੀ ਜਾਣਾ ਹੈ ਨਾ। ਠੀਕ ਹੈ ਜੀ, ਜਾਣ ਦੀ ਤਿਆਰੀ ਹੋ ਗਈ, ਵੀਜ਼ੇ ਮਿਲ ਗਏ ਤੇ ਮੈਂ ਫਿਰ ਆਪਣੇ ਇੰਡੀਆ ਆਪਣੇ ਜਿਵੇਂ ਘਰਦਿਆਂ ਨੂੰ ਮਿਲਣ ਆਈ ਹਾਂ। ਤੇ ਮੇਰੇ ਮੰਮੀ ਉਸ ਟਾਈਮ ਸਕੂਲ ਵਿੱਚ ਸੀ ਤੇ ਮੈਂ ਗਈ ਉੱਦਾਂ ਹੀ ਕਿ ਸਾਰੇ ਟੀਚਰ ਜਿੰਨੇ ਹੈਗੇ ਮੰਮੀ ਦੇ ਨਾਲ, ਉਹਨਾਂ ਨੂੰ ਮੈਂ ਸਤਿ ਸ੍ਰੀ ਅਕਾਲ ਕਰਾਂ। ਤੇ ਮੰਮੀ ਨੇ ਵੀ ਕਿਹਾ ਹਾਂ ਘਰ ਹੈ ਨਾ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੈ ਨਾ, ਸਾਰੇ ਵੀ ਚਲੇ ਜਾਣਾ ਫਿਰ ਤੇ ਸਾਰਿਆਂ ਨੂੰ ਬਾਏ ਹੈ ਨਾ, ਮੈਂ ਘਰ ਸਕੂਲ। ਤੇ ਮੈਂ ਆਈ ਹੋਈ ਹਾਂ ਇੱਥੇ ਆਪਣੇ ਪਿੰਡ ਤੇ ਮਤਲਬ ਕਿ ਆਪਣੀ ਮੰਮੀ ਨੂੰ ਵੀ ਲੈ ਗਈ ਹਾਂ ਵੀ ਆਓ ਹੈ ਨਾ ਘਰ ਹੁਣ। ਤੇ ਮੈਂ ਗਈ ਸਕੂਲੇ ਤੇ ਮੈਂ ਉੱਥੇ ਖੜੀ ਹਾਂ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਰਨ ਗਈ। ਤੇ ਇੱਕ ਬਜ਼ੁਰਗ ਟੀਚਰ ਸਨ ਉੱਥੇ, ਉਸ ਸਾਲ ਉਹਨਾਂ ਨੇ ਉੱਦਾਂ ਰਿਟਾਇਰ ਹੋ ਜਾਣਾ ਸੀ ਮੰਮੀ ਨਾਲ। ਤੇ ਮੰਮੀ ਕੋਲ ਖੜੇ ਸੀ ਤੇ ਮੰਮੀ ਨਾਲ ਗੱਲਾਂ ਬਾਤਾਂ ਕਰਨ ਡਿਆ ਸੀ। ਤੇ ਮੈਂ ਗਈ ਮੰਮੀ ਕੋਲ ਤੇ ਉਹਨਾਂ ਨੇ ਮੰਮੀ ਨੇ ਕਿਹਾ ਵੀ ਇਹ ਜਾ ਰਹੀ ਹੈ ਨਾ, ਕੁਛ ਦਿਨਾਂ ਤੋਂ ਇਹਦਾ ਵੀਜ਼ਾ ਹੋ ਗਿਆ ਤੇ ਜਾ ਰਹੀ ਹੈ ਨਾ ਉੱਥੇ ਬਾਹਰ। ਉਹਨਾਂ ਨੇ ਮੈਨੂੰ ਕਿਹਾ, ਉਹ ਟੀਚਰ ਜਿਹੜੇ ਸੀ ਉਹਨਾਂ ਨੇ ਕਿਹਾ ਅੱਛਾ ਹੁਣ ਤੂੰ ਚਲੇ ਜਾ ਤੇ ਬਾਅਦ ਵਿੱਚ ਗੋਲਡੀ ਨੂੰ ਵੀ ਲੈ ਕੇ ਜਾਈਂ। ਗੋਲਡੀ ਮੇਰੇ ਬ੍ਰਦਰ ਦਾ ਨਾਮ, ਉਹਨੇ ਮੈਨੂੰ ਕਿਹਾ, ਇਹਨਾਂ ਕਿਹਾ ਹੈ ਨਾ, ਤੇ ਪਿਆਰ ਦਿੱਤਾ।
ਤੇ ਜਿਹੜਾ ਲਫ਼ਜ਼ ਉਹਨੇ ਕਿਹਾ, ਮੈਨੂੰ ਤਾਂ ਵੈਸੇ ਹੀ ਪਤਾ ਕਿ ਮੇਰਾ ਭਰਾ ਵਾ ਨਾ, ਕਿ ਮੇਰੀ ਜਾਨ ਤੋਂ ਵੱਧ ਪਿਆਰਾ ਸੀ ਉਹ। ਮੈਂ ਵੈਸੇ ਵੀ ਉਹਦੇ ਬਾਰੇ ਸੋਚਿਆ ਸੀ, ਪਰ ਜਿਹੜਾ ਲਫ਼ਜ਼ ਜਿਵੇਂ ਉਹਨੇ ਕਹਿਤਾ ਨਾ, ਕੋਈ ਚੀਜ਼ ਹੁੰਦੀ ਹੈ ਨਾ ਕਿਸੇ ਟਾਈਮ, ਤੇ ਮੇਰੇ ਦਿਮਾਗ ਵਿੱਚ ਸਟਕ ਹੋ ਗਈ। ਮੈਂ ਕਿਹਾ ਕਿ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਤੂੰ ਚਲੇ ਜਾ, ਫਿਰ ਬਾਅਦ ਵਿੱਚ ਆਪਣੇ ਬ੍ਰਦਰ ਦਾ ਕਰੇ। ਤੇ ਮੈਨੂੰ ਇੱਦਾਂ ਲੱਗ ਗਿਆ ਕਿ ਜਿਵੇਂ ਮੈਨੂੰ ਕੋਈ ਵੀ ਕੁਛ ਕਹੇ ਨਾ ਵੀ ਤੂੰ ਆਹ ਕਰਦੇ ਜਾਂ ਕਰਦੇ, ਜੇ ਮੈਂ ਨਾ ਕਰ ਸਕਾਂ ਜਾਂ ਕੁਛ ਹੈ, ਤਾਂ ਮੈਂ ਬਹੁਤ ਆਪਣੇ ਆਪ ਨੂੰ ਡਾਂਟਦੀ ਹਾਂ, ਟੌਰਚਰ ਕਰਦੀ ਹਾਂ ਬਹੁਤ ਜ਼ਿਆਦਾ, ਮੈਂ ਜੇ ਕੁਛ ਨਾ ਕਰ ਸਕਾਂ। ਤੇ ਜਿਵੇਂ ਮੈਨੂੰ ਜਿਵੇਂ ਇਹ ਤਾਂ ਚੀਜ਼ ਉੱਦਾਂ ਹੀ ਹੋਣੀ ਸੀ, ਮਤਲਬ ਕਿ ਮੇਰਾ ਬ੍ਰਦਰ ਸੀ ਤੇ ਮੈਂ ਤਾਂ 24 ਆਵਰ ਉਹਦੇ ਬਾਰੇ ਸੋਚਦੀ, ਹੋਰ ਕੁਛ ਚੱਲਿਆ ਹੀ ਨਹੀਂ ਮੇਰੇ ਕੋਲ। ਪਰ ਜਿਹੜਾ ਉਹਨਾਂ ਨੇ ਕਿਹਾ ਕਿ ਮੈਨੂੰ ਇੱਦਾਂ ਲੱਗਾ ਕਿ ਜਿਵੇਂ ਇੱਕ ਪ੍ਰੋਜੈਕਟ ਮਿਲ ਗਿਆ, ਵੀ ਜਿਵੇਂ ਇੱਕ ਕੰਮ ਮਿਲ ਗਿਆ ਕਰਨ ਲਈ, ਵੀ ਤੂੰ ਉਹਦੇ ਲਈ ਵੀ ਕਰੀ ਜੋ ਚਲੇਗੀ। ਠੀਕ ਹੈ, ਸਤਿ ਸ਼੍ਰੀ ਅਕਾਲ ਕੀਤੀ। ਫਿਰ ਅਸੀਂ ਉੱਥੇ ਯੂਪੀ 'ਚ ਗਏ ਹੋਵਾਂਗੇ, ਉੱਥੇ ਮਿਲੇ। ਫਿਰ ਏਅਰਪੋਰਟ ਦੇ ਉੱਤੇ ਮੇਰੀ ਮੰਮੀ, ਮੇਰੇ ਬ੍ਰਦਰ ਲਾਸਟ ਟਾਈਮ, ਬੜਾ ਲੰਬਾ ਵਿਛੋੜਾ ਸੀ। ਉਸ ਤੋਂ ਬਾਅਦ 84 ਵਿੱਚ, 83 'ਚ ਵਿਆਹ ਹੁੰਦਾ ਵਾ, 84 'ਚ ਤੁਰਦੇ ਉੱਥੋਂ। ਕਾਫੀ ਲੰਬਾ ਵਿਛੋੜਾ ਸੀ, ਮਤਲਬ ਕਿ, ਪਰ ਮੈਨੂੰ ਇਹ ਨਹੀਂ ਪਤਾ ਕਿ ਉੱਥੋਂ ਦੀ ਸਿਚੁਏਸ਼ਨ ਕਿਸ ਤਰ੍ਹਾਂ ਦੀ ਆ, ਉਸ ਦੇਸ਼ ਦੀ ਤਾਂ ਕਿੱਦਾਂ ਵਾ ਹਿਸਾਬ ਕਿਤਾਬ। ਪਲੱਸ ਜਿਹਨਾਂ ਜਾ ਰਹੀ ਹਾਂ, ਉਹ ਤਾਂ ਅੱਗੇ ਹੀ ਮੈਨੂੰ ਕਹਾਣੀ ਪਾ ਰਿਹਾ ਸੀ, ਤੁਹਾਨੂੰ ਪਤਾ ਹੀ ਆ ਨਾ ਸਰੀਰਕ ਤੌਰ 'ਤੇ, ਨਾ ਮਾਨਸਿਕ ਤੌਰ 'ਤੇ, ਨਾ ਮੇਰੇ ਵੱਲ ਵੇਖਦਾ ਹੀ ਸੀ ਉਹ। ਤੇ ਪਰ ਚਲੋ, ਪਰ ਇਹ ਚੀਜ਼ਾਂ ਨੂੰ ਮੈਨੂੰ ਫਿਰ ਵੀ ਕੋਈ ਨਹੀਂ ਸੀ ਜਿਵੇਂ ਵੇਖਿਆ ਕਿ ਮੈਂ ਖੁਦ ਮਾਹੌਲ ਚਾਹੁੰਦੀ ਹਮੇਸ਼ਾ ਹੀ ਹਾਸੇ ਵਾਲਾ, ਤੇ ਮੈਂ ਚਾਹੁੰਦੀ ਆਪਣੇ ਆਲੇ ਦੁਆਲੇ ਹਾਸੇ ਖਿਲਣ, ਜਾਂ ਕੋਈ ਮਤਲਬ ਗੁੱਸੇ 'ਚ ਨਾ ਹੋਵੇ ਕੋਈ ਵੀ ਸਾਰੇ ਇੱਦਾਂ ਪਿਆਰ ਕਰਨ, ਪਰ ਉਹ ਮਤਲਬ ਕਿ ਉਹ ਨਸੀਬ ਹੋ ਨਹੀਂ ਸਕੇ ਮੇਰੇ। ਫਿਰ ਏਅਰਪੋਰਟ ਦੇ ਉੱਤੇ ਦਿੱਲੀ, ਉਦੋਂ ਮੈਂ ਸਾਰਾ ਕੁਝ ਤੁਹਾਨੂੰ ਪਤਾ ਬਿਲਕੁਲ ਨਹੀਂ ਚੱਲਦੀ ਕੁਛ ਵੀ ਫਲਾਈਟ। ਤੇ ਦਿੱਲੀੋਂ ਅਸੀਂ ਬਹੁਤ ਸਾਲ ਦਿੱਲੀ ਆਉਂਦੇ ਜਾਂਦੇ ਰਹੇ ਹਾਂ, ਬਾਅਦ ਵਿੱਚ ਵੀ ਮੈਂ ਮਤਲਬ ਆਉਂਦੀ ਜਾਂਦੀ ਰਹੀ ਹਾਂ। ਤੇ ਦਿੱਲੀ ਤੋਂ ਫਲਾਈਟ ਹੋਈ, ਉਹ ਅੰਕਲ ਸੀ ਨਾ ਜਿਹੜੇ ਕਜ਼ਨ ਸੀ ਸਾਡੇ, ਉਹਨਾਂ ਨੇ ਟਿਕਟ ਵਗੈਰਾ ਸਾਰਾ ਕੁਛ ਉਹਨਾਂ ਨੇ ਵਧੀਆ ਇੰਤਜ਼ਾਮ ਕੀਤਾ ਸੀ। ਤੇ ਉਹਨਾਂ ਨੇ USA ਦੇ ਥਰੂ ਮਤਲਬ ਕਿ ਅਸੀਂ ਜਾਣਾ ਸੀ। ਤੇ ਅਸੀਂ ਉਸ ਦਿਨ ਮੈਂ ਜਦੋਂ ਆਪਣੇ ਘਰ ਨਾਲ ਮਿਲੀ ਹਾਂ, ਥੋੜ੍ਹਾ ਰੋਈ ਹਾਂ, ਥੋੜ੍ਹਾ ਮਤਲਬ ਕਿ ਮੈਨੂੰ ਪਰ ਇਹ ਨਹੀਂ ਪਤਾ ਕਿ ਕਾਫੀ ਲੰਬਾ ਵਿਛੋੜਾ ਹੋ ਜਾਣਾ, ਮੈਂ ਮਿਲਣਾ ਚੰਗੀ ਤਰ੍ਹਾਂ ਤੇ ਕਿੱਦਾਂ ਵਾ ਕਿ ਮੈਂ ਮਿਲਣਾ ਨਹੀਂ, ਕਿੰਨਾ ਟਾਈਮ ਨਹੀਂ ਮਿਲਣਾ। ਫਿਰ ਮੈਂ ਚੜ੍ਹ ਜਾਂਦੀ ਹਾਂ, ਅਸੀਂ ਪਲੇਨ ਦੇ ਵਿੱਚ ਚੜ੍ਹ ਜਾਂਦੀ ਹਾਂ। ਫਲਾਈਟ ਹੈਗੀ ਜਿਵੇਂ ਮਤਲਬ ਕਿ ਰਾਤ ਸ਼ਾਮ ਨੂੰ ਹੀ ਰਾਤ ਹੀ ਹੋ ਜਾਂਦੀ ਆ, ਜਦ ਹੀ ਹਵਾ ਚੋੜਦੇ ਹੋ ਤਾਂ ਅਸੀਂ ਜਾਂਦੇ ਹਾਂ। ਪਰ ਜਿਵੇਂ ਮੈਂ ਤੁਹਾਨੂੰ ਪਤਾ ਕਿ ਵੈਜੀਟੇਰੀਅਨ ਇੱਦਾਂ ਨਹੀਂ ਕਿ ਮੈਂ ਪੂਰੀ ਤਰ੍ਹਾਂ ਵੈਜੀਟੇਰੀਅਨ ਹਾਂ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਈ ਵਾਰ ਚਿਕਨ ਸੈਂਡਵਿਚ ਪਹਿਲੇ ਸਟਾਰਟਿੰਗ ਦੇ ਵਿੱਚ ਖਾਂਦੀ ਹੁੰਦੀ ਸੀ, ਖਾ ਲੈਂਦੀ ਹੁੰਦੀ ਸੀ ਕਈ ਵਾਰ। ਮੈਂ ਕਿਹਾ ਇੱਥੇ ਅਮਰੀਕਾ 'ਚ ਆ ਕੇ, ਉਹ ਤੋਂ ਪਹਿਲਾਂ ਨਹੀਂ ਕਦੀ ਖਾਧਾ, ਪਰ 6 ਮਹੀਨੇ ਮਤਲਬ ਕਿ ਮੈਂ ਇਹ ਨਹੀਂ ਕਹਿ ਸਕਦੀ ਕਿ ਮੈਂ ਬਿਲਕੁਲ ਕਦੀ ਉਹਨੂੰ ਟੱਚ ਨਹੀਂ ਕੀਤਾ ਮੀਟ ਨੂੰ, ਮਤਲਬ ਕਿ ਮੈਂ ਇੱਥੇ ਆ ਕੇ ਅਮਰੀਕਾ 'ਚ ਖਾਧਾ। ਪਰ ਅਮਰੀਕਾ ਨਹੀਂ ਮੈਂ ਜਾ ਰਹੀ ਸੀ, ਮੈਂ ਉੱਦਾਂ ਹੀ ਦੱਸਣ ਦੀ ਵਿੱਚ ਗੱਲ ਆ ਗਈ ਵੀ ਮੈਂ ਇੱਦਾਂ ਨਹੀਂ। ਪਰ ਉਦੋਂ ਮੈਂ ਮੀਟ ਇੱਦਾਂ ਨਹੀਂ ਕੁਛ ਖਾਂਦੀ, ਅਤੇ ਲਿਖਾਇਆ ਵੀ ਨਹੀਂ ਵੈਜੀਟੇਰੀਅਨ 'ਤੇ। ਪਰ ਅਸੀਂ ਬੈਠੇ ਹਾਂ, ਅਸੀਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਰਕੇ ਅਤੇ ਬੈਠ ਗਏ ਹਾਂ। ਚਲੋ ਦੱਸਿਆ ਕਾਫੀ 2 ਘੰਟੇ ਫਲਾਈਟ ਚੱਲੀ ਹੋਣੀ ਆ, ਉਦੋਂ ਤੇ ਵੀ ਚਲੋ ਚੁੱਪਿਆ, ਉਹ ਵੀ ਚੁੱਪਿਆ, ਮੈਂ ਵੀ ਚੁੱਪਿਆ, ਅਤੇ ਕੋਈ ਨਹੀਂ ਬੋਲਣ ਡਿਆ ਕਿਸੇ ਨਾਲ, ਉਹ ਵੇਖਣ ਵੀ ਨਹੀਂ ਡਿਆ ਮੇਰੇ ਵੱਲ। ਅਤੇ ਬਾਅਦ ਵਿੱਚ 2-3 ਘੰਟਿਆਂ ਬਾਅਦ ਮੈਂ ਆਪੇ ਬੁਲਾਇਆ, ਮੈਂ ਕਿਹਾ ਹੈਲੋ, ਹਾਂਜੀ ਮਾਨ ਸਾਹਿਬ, ਕੀ ਹਾਲ ਚਾਲ ਤੁਹਾਡਾ? ਅਤੇ ਮੈਂ ਇੱਦਾਂ ਕਰਨ ਡਈ ਹਾਂ, ਮਤਲਬ ਕਿ ਇੱਦਾਂ ਬੁਲਾਉਣ ਦੀ ਕੋਸ਼ਿਸ਼ ਕਰਨ ਡਈ ਹਾਂ, ਅਤੇ ਉੱਪਰ ਮੂੰਹ ਕਰ ਲੈਂਦਾ। ਅਤੇ ਮੈਂ ਆਖਿਆ ਵੀ ਇਹ ਕੀ ਹੋ ਰਿਹਾ? ਫਿਰ ਖਾਣਾ ਆਉਂਦਾ ਖਾਣ ਲਈ, ਅਤੇ ਉਹ ਖਾਣੇ ਦੇ ਵਿੱਚ ਨਾ ਇੱਕ ਮੈਗੀ ਵੀ ਮੈਨਸ਼ਨ ਕੀਤਾ ਕਿ ਮੈਨੂੰ ਹੁਣ ਇਹ ਨਹੀਂ ਪਤਾ ਉਹ ਸੈਲਡ ਟਾਈਪ ਸੀ, ਅਤੇ ਫਿਸ਼ ਦੀ ਮੈਨੂੰ ਆਈ ਨਿੱਕੀ ਜਿਹੜੀ ਫਿਸ਼ ਨੇ ਉਹਦੀ ਆਈ ਨਜ਼ਰ ਆਈ, ਅਤੇ ਮੈਂ ਉਹਨੂੰ ਤੇ ਖਾਈ ਵੀ। ਉਹ ਕੋਈ ਹੱਸਿਆ ਵੀ ਨਹੀਂ, ਨਾ ਉਹ ਹੱਸਿਆ ਅਤੇ ਨਾ ਉਹਨੇ ਕੁਛ ਨਹੀਂ, ਮਤਲਬ ਕਿ ਸਾਰੇ ਰਸਤੇ ਉਸ ਆਦਮੀ ਨੇ ਕੋਈ ਗੱਲ ਨਹੀਂ ਕੀਤੀ, ਕੋਈ ਗੱਲ ਨਹੀਂ ਕੀਤੀ। ਮਤਲਬ ਕਿ ਜਿਵੇਂ ਕੋਈ ਗੱਲ ਬੰਦਾ ਕਰਦਾ ਹੀ ਆ, ਹਾਂ ਕੀ ਜਾਂ ਕਿੱਦਾਂ ਨਹੀਂ, ਪਤਾ ਨਹੀਂ ਕੀ ਕਹਿ ਕੇ ਭੇਜ ਦਿੱਤਾ ਘਰਦਿਆਂ ਨੇ ਜਾਂ ਕੁਛ ਨਹੀਂ, ਕੀ ਕਿਹਾ।
पर मैं ਮੰਨ ਸਕਦੀ ਹਾਂ ਦਾਸੀ ਹੋ ਸਕਦੀ, ਦਾਸੀ ਤੇ ਮੈਨੂੰ ਵੀ ਬਹੁਤ ਹੀ, ਪਰ ਇਹ ਤਾਂ ਨਹੀਂ ਨਾ ਕਿ ਤੁਸੀਂ 2 ਜਾਣੇ ਹੋ ਤੇ ਸਫ਼ਰ ਦੇ ਵਿੱਚ ਤੁਸੀਂ ਸਤਿ ਸ਼੍ਰੀ ਅਕਾਲ ਜਾਂ ਕੋਈ ਹੈਲੋ ਹਾਈ ਵੀ ਨਾ ਕਰੋ, ਕੋਈ ਬੋਲੋ ਹੀ ਨਾ ਇੱਕ ਦੂਜੇ ਵੱਲ। ਬੜਾ ਲੰਬਾ ਸਫ਼ਰ ਹੁੰਦਾ, ਤੁਹਾਨੂੰ ਪਤਾ ਨਾ। ਅਸੀਂ ਉੱਥੋਂ ਹਾਲੈਂਡ ਆਏ, ਹਾਲੈਂਡ ਆਇਆ ਤੇ ਜਿਹੜੀ ਟਿਕਟ ਸੀ ਨਾ, ਪਤਾ ਨਹੀਂ ਉਹ ਅਮਰੀਕਾ ਵੱਲ ਦੀ ਹੀ, ਨਿਊਯਾਰਕ ਰਹੀ, ਪਰ ਉੱਥੋਂ ਜਾ ਕੇ ਤੇ ਹਾਲੈਂਡ ਤੋਂ ਜਾ ਕੇ ਵੀਜ਼ਾ, ਉਹ ਕਹਿੰਦੇ ਵੀਜ਼ੇ ਤੋਂ ਬਿਨਾਂ ਨਹੀਂ ਹੈ ਨਾ, ਵੀ ਨਹੀਂ ਜਾਣਾ, ਭਾਵੇਂ ਮਤਲਬ ਕਿ ਇੱਥੇ ਠਹਿਰਨਾ ਨਹੀਂ ਸੀ, ਮਤਲਬ ਕਿ ਫਲਾਈਟ ਹੀ ਚੇਂਜ ਕਰਨੀ ਸੀ, ਪਰ ਉਹਨਾਂ ਨੇ ਵੀਜ਼ਾ ਨਹੀਂ ਦਿੱਤਾ ਤੇ ਫਿਰ ਸਾਨੂੰ ਉੱਥੇ ਰਹਿਣਾ ਪਿਆ। ਮਤਲਬ ਕਿ ਵੀਜ਼ਾ ਨਹੀਂ ਦਿੱਤਾ ਅਮਰੀਕਾ ਦਾ, ਤੇ ਜਿਹੜਾ ਟਿਕਟ ਉਹਨਾਂ ਨੇ ਲਈ ਹੋਈ ਸੀ ਸਾਡੀ, ਜਿਸ ਤਰੀਕੇ ਨਾਲ ਕਿ ਅਸੀਂ ਅਮਰੀਕਾ ਦੇ ਥਾਣੀ ਨਿਕਲੀਏ, ਤੇ ਉਹ ਗੱਲ ਨਹੀਂ ਬਣੀ। ਮਤਲਬ ਕਿ ਅਸੀਂ ਨਹੀਂ ਆ ਸਕਦੇ, ਫਿਰ ਉਹ ਦੁਬਾਰਾ ਟਿਕਟ ਨੂੰ ਇਸ਼ੂ ਦੁਬਾਰਾ ਕਰਾਉਣਾ ਸੀ, ਤੇ ਇਸ ਕਰਕੇ ਟਾਈਮ ਮਿਲ ਗਿਆ ਉੱਥੇ ਰਹਿਣ ਦਾ। ਮਤਲਬ ਕਿ 5-10 ਦਿਨ ਇੱਕ ਸਾਡਾ ਚੀਜ਼ ਸੋਚੋ, ਜੇ ਮਤਲਬ ਕਿ ਸੋਚੋ ਕਿ ਆਦਮੀ ਵੀ ਚੰਗਾ ਹੋ ਜਾਂ ਕੁਛ ਆ, ਅਸੀਂ ਦੋਨੋਂ ਆ, ਤੇ ਇੱਕ ਸਾਡਾ ਕੋਈ ਮਤਲਬ ਕਿ ਜਿਹੜੇ ਉਹ, ਮੈਂ ਤਾਂ ਇਹ ਕਹਿੰਦੀ ਕਿ ਇਨਸਾਨ ਨੂੰ ਜਿਹੜੀ ਜ਼ਿੰਦਗੀ ਮਿਲੀ ਆ, ਉਸ ਹਰ ਮੂਮੈਂਟ ਨੂੰ ਇੰਜੋਏ ਕਰਨਾ ਚਾਹੀਦਾ। ਮੈਂ ਸ਼ੁਰੂ ਤੋਂ ਹੀ ਕਹਿੰਦੀ ਹਾਂ ਕਿ ਇੰਜੋਏ ਕਰਨਾ ਚਾਹੀਦਾ, ਜਿਹੜਾ ਮਤਲਬ ਕਿ ਮਿਲ ਗਿਆ ਪਲ, ਤੇ ਉਹਦੇ 'ਚ ਤੁਸੀਂ ਯਕੀਨ ਨਹੀਂ ਕਰਨਾ, ਕੋਈ 1-2 ਦਿਨ ਨਹੀਂ, ਕਾਫੀ ਦਿਨ ਅਸੀਂ ਰਹੇ ਹਾਂ ਹੈ ਨਾ ਉੱਥੇ, ਕਿਉਂਕਿ ਉਹਨੇ ਦੁਬਾਰਾ ਕਰਨਾ ਸੀ ਸਾਨੂੰ। ਜਿਹੜੀ ਟਿਕਟ ਸੀ ਉਸ ਹਿਸਾਬ ਨਾਲ ਉਹ ਨਹੀਂ ਮਿਲਿਆ, ਤੇ ਹਾਲੈਂਡ ਜਾ ਕੇ ਹੋਟਲ 'ਚ ਬੜੇ ਸ਼ਾਨਦਾਰ ਹੋਟਲ ਸਟੇ ਮਿਲੀ। ਸਵੇਰੇ ਮੈਂ ਬ੍ਰੇਕਫਾਸਟ ਕਰਨ ਆਉਂਦੀ ਹਾਂ, ਮੈਂ ਖੂਬ ਇੰਜੋਏ ਕਰਦੀ ਹਾਂ। ਤੇ ਮੈਂ ਉੱਥੇ ਕਈ ਵਾਰ ਲੋਕ ਨਾ ਬੋਲਦੇ ਵੀ ਨਹੀਂ, ਮੈਨੂੰ ਕਹਿੰਦੇ ਕਿੱਥੋਂ ਆਈ ਹਾਂ, ਮੈਂ ਕਿਹਾ ਅੰਮ੍ਰਿਤਸਰ ਤੋਂ, ਤੇ ਉਹਨਾਂ ਸਾਰਿਆਂ ਨੇ ਵੀ ਦੱਸਾਂ ਮੈਂ ਅਸੀਂ ਇੱਥੋਂ ਆ। ਬਹੁਤ ਸਾਰੇ ਲੜਕੇ ਉੱਥੇ ਕੰਮ ਕਰਦੇ, ਬਹੁਤ ਸਾਰੇ ਮਤਲਬ ਕਿ ਆਪਣੇ ਇੰਡੀਆ ਤੋਂ ਲੋਕ ਹੈਗੇ। ਇੰਨੇ ਅਸੀਂ ਹੋਣਾ ਖਾਣਾ ਤੇ ਉਹਨਾਂ ਲੋਕਾਂ ਨੇ ਸਾਨੂੰ ਬੁਲਾਉਣਾ, ਤੇ ਉਹਨੇ ਬਸ ਕੁਛ ਨਹੀਂ, ਮਤਲਬ ਕਿ ਉਹਨਾਂ ਦੇ ਨਾਲ ਗੱਲ ਕਰ ਲੈਣੀ, ਪਰ ਮੇਰੇ ਨਾਲ ਕੁਛ ਨਹੀਂ। ਅਸੀਂ ਇੱਦਾਂ ਹੀ ਰਹੇ, ਮਤਲਬ ਇੱਦਾਂ ਰਹਿ ਕੇ ਇੰਨੇ ਉੱਪਰਿਆਂ ਵਾਂਗੂ ਕਿ ਇੱਦਾਂ ਦੁਸ਼ਮਣਾਂ ਨੂੰ ਵੀ ਇਕੱਠਿਆਂ ਟਾਈਮ ਮਿਲੇ ਜਾਣ ਦਾ ਪਲੇਨ ਦੇ ਵਿੱਚ, ਜਦ ਇਕੱਠਿਆਂ ਟਾਈਮ ਮਿਲੇ ਇੱਕ ਕਮਰੇ ਦੇ ਵਿੱਚ, ਦੁਸ਼ਮਣ ਨੂੰ ਹੀ ਸੋਚੋ ਮਿਲੇ ਇੱਕ ਕਮਰੇ ਵਿੱਚ ਸਟੇ ਕਰਨਾ ਕਿ ਹੁਣ ਤੁਸੀਂ ਇੱਥੇ ਰਹਿਣਾ ਹੈਗਾ 10 ਦਿਨ, ਤੇ ਮੇਰਾ ਖਿਆਲ ਦੁਸ਼ਮਣ ਨੂੰ ਹੀ ਆਪਸ ਵਿੱਚ ਗੱਲਬਾਤ ਕਰਨਗੇ ਹੈ ਨਾ, ਇੰਜੋਏ ਕਰਨਗੇ, ਹੈਲੋ ਕਰਨਗੇ, ਚਲੋ ਕਹਿਣਗੇ ਚਾਹ ਪੀਏ, ਇਹ ਰੋਟੀ ਖਾਈਏ ਨਾ, ਬਸ ਉੱਦਾਂ ਇੰਨਾ ਪਤਾ ਹੀ ਬ੍ਰੇਕਫਾਸਟ ਆ, ਤੁਰ ਜਾਂਦੇ ਹਾਂ, ਮਤਲਬ ਖਾ ਲੈਂਦੇ ਹਾਂ। ਕਈ ਵਾਰ ਤਾਂ ਮੈਂ ਇਕੱਲੀ ਨੂੰ ਵੀ ਮੈਨੂੰ ਖਾਣਾ ਨਾ ਪਿਆ ਕਿ ਉਹ ਆਰਾਮ ਨਹੀਂ ਹੈ ਨਾ, ਪਤਾ ਨਹੀਂ ਉਹਦੀ ਪ੍ਰੈਜ਼ੈਂਸ ਮੈਂ ਕਦੀ ਮਹਿਸੂਸ ਹੀ ਨਹੀਂ ਕੀਤੀ ਉੱਥੇ ਮੇਰੇ ਨਾਲ, ਕਦੀ ਨਹੀਂ ਕੀਤੀ। ਇਹਦਾ ਮੈਂ ਸਫ਼ਰ ਦਾ ਦੱਸਣ ਲਈ ਹਾਂ ਕਿ ਜਦੋਂ ਅਸੀਂ ਇੰਡੀਆ ਤੋਂ ਆ ਗਏ ਹਾਂ ਤੇ ਹਾਲੈਂਡ 'ਚ ਸਟਕ ਹੋਏ ਪਏ ਹਾਂ। ਹਾਲੈਂਡ ਬਹੁਤ ਬਿਊਟੀਫੁਲ ਕੰਟਰੀ, ਉੱਥੇ ਬਹੁਤ ਪਿਆਰੇ ਲੋਕ ਹੀ। ਸਭ ਤੋਂ ਪਹਿਲੀ ਵਾਰ ਮੈਂ ਫਰੈਂਚ ਕਿਸ ਹਾਲੈਂਡ ਦੇ ਏਅਰਪੋਰਟ 'ਤੇ ਵੇਖੀ, ਤੇ ਮੈਂ ਉਹਨਾਂ ਨੂੰ ਹਾਲੈਂਡ ਹੁਣ ਮੈਂ ਹਾਲੈਂਡ ਜਾਂਦੀ ਹਾਂ। ਹੁਣ ਇਸ ਟਾਈਮ ਮੈਂ ਕਈ ਵਾਰ ਮੇਰੀ ਫਲਾਈਟ ਹੋਈ ਉੱਧਰ ਦੀ, ਤੇ ਮੈਂ ਜਾਂਦੀ ਹਾਂ, ਮੈਂ ਉਹ ਮੂਮੈਂਟ ਮਿਸ ਕਰ ਰਹੀ ਹੁੰਦੀ ਹਾਂ ਕਿ ਜਦੋਂ ਮੈਂ ਤੇ ਉਹ ਆਏ ਹਾਂ, ਤੇ ਮਤਲਬ ਕਿਸ ਤਰ੍ਹਾਂ ਦੇ ਇਨਸਾਨ ਨਾਲ ਮੈਂ ਆਈ ਹਾਂ ਕਿ ਮੈਂ ਇੰਜੋਏ ਕਰਨ ਦਾ ਪੂਰਾ ਮੌਕਾ ਵੀ ਮਿਲਿਆ, ਪਰ ਇੰਜੋਏ ਨਹੀਂ ਕਰ ਸਕੇ ਹੈ ਨਾ। ਤੇ ਮਤਲਬ ਇੱਦਾਂ ਦੀ ਸੜੀ ਬੂਥੀ ਇੱਥੇ ਮੇਰੇ ਲਾਗੇ ਬੈਠਾ, ਮਤਲਬ ਕਿ ਮੈਂ ਫੀਲ ਨਹੀਂ ਕਰਨੀ, ਮੈਂ ਤੁਹਾਨੂੰ ਦੱਸਣੀ, ਮੈਂ ਕੁਛ ਫੀਲਿੰਗ ਹੀ ਨਹੀਂ ਆ, ਕੁਛ ਨਹੀਂ, ਜਿਵੇਂ ਡੈਡ ਹੁੰਦੀ, ਮਤਲਬ ਕਿ ਜਿਵੇਂ ਮੈਂ ਇੱਕ ਨਾ ਡੈਡ ਬੋਡੀ ਦੇ ਨਾਲ ਤੁਰ ਰਹੀ ਹਾਂ ਹੈ ਨਾ। ਹੁਣ ਮੈਂ ਇਕੱਲੀ ਵੀ ਹੱਸਾਂ, ਇਕੱਲੀ ਮੈਂ ਬਹੁਤ ਵਾਰੀ ਹੱਸਦੀ ਹਾਂ। ਹੁਣ ਜਿਵੇਂ ਅਸੀਂ 2 ਜਣੇ ਰਹਿੰਦੇ ਹਾਂ, ਅਸੀਂ ਬਹੁਤ ਜ਼ਿਆਦਾ ਟੱਗ ਲੱਗੇ ਰਿੰਗ ਜਸਪਾਲ ਸਪੋਰਟਿੰਗ, ਮੈਂ ਹੱਸਦੀ ਹਾਂ। ਤੇ ਕਈ ਵਾਰ ਜੇ ਸਾਡੀ ਥੋੜ੍ਹੀ ਜਿਹੀ ਵੀ ਹੋ ਜੇ ਕਿਸੇ ਗੱਲ ਤੋਂ ਘਰ ਵਿੱਚ ਸਭ ਦੇ ਹੁੰਦੀ, ਤੇ ਮੈਂ ਨਾ ਹੱਸਾਂ, ਮੈਨੂੰ ਸਿਰ ਪੀੜ ਹੋਣ ਲੱਗ ਪੈਂਦਾ। ਤੇ ਚੌਥੇ ਦਿਨ ਲਾਜ਼ਮੀ ਆ, ਚੌਥੇ ਦਿਨ ਕੀ ਤੀਜੇ ਦਿਨ ਲਾਜ਼ਮੀ ਕਿ ਸਾਡਾ ਬੋਲਣਾ, ਤੇ ਇੱਦਾਂ ਹੁੰਦਾ ਹੀ ਨਹੀਂ ਕਦੀ ਪਹਿਲੀ ਗੱਲ ਤੇ ਹੈ ਨਾ, ਵੀ ਇੱਕ ਦੂਸਰੇ ਨੇ ਮਨਾਉਣਾ ਹੀ ਹੁੰਦਾ ਇੱਕ ਦੂਸਰੇ ਨੂੰ। ਇਹ ਕੋਈ ਗੱਲ ਨਹੀਂ ਹੁੰਦੀ ਕਿ ਔਰਤ ਨੇ ਮਨਾਉਣਾ ਜਾਂ ਆਦਮੀ ਨੇ। ਖੈਰ ਇਹਦੀ ਅਸੀਂ ਉੱਥੋਂ ਹਾਲੈਂਡ ਤੋਂ, ਮਤਲਬ ਹੁਣ ਤੁਸੀਂ ਹਾਲੈਂਡ ਜਾਓ, ਉੱਥੇ ਇੰਨੀ ਮਿਕਸ ਲੋਕ ਆ, ਹੁਣ ਇੰਨੇ ਜ਼ਿਆਦਾ ਮਿਕਸ ਹੋ ਗਿਆ, ਇੰਡੀਅਨ ਪਾਕਿਸਤਾਨ ਦੇ ਸਾਰੇ ਡਿਫਰੈਂਟ ਦੇਸ਼ਾਂ ਤੋਂ ਇੰਨੇ ਮਿਕਸ ਹੋ ਗਿਆ, ਜੇ ਸੱਚ ਪੁੱਛੋ ਮਤਲਬ ਕਿ ਜਿਵੇਂ ਗਲੋਬਲੀ ਇੱਕ ਹੋ ਗਿਆ। ਤੇ ਜੇ ਮੈਂ ਹਾਲੈਂਡ ਦਾ 37 ਸਾਲ ਪਹਿਲੋਂ ਦਾ ਵੇਖਾਂ ਹਾਲੈਂਡ ਤੇ ਹੁਣ ਦਾ ਵੇਖਾਂ, ਬਹੁਤ ਜ਼ਮੀਨ ਸਮਾਨ ਦਾ ਫਰਕ ਆ। ਉਦੋਂ ਜਦੋਂ ਮੈਂ ਹਾਲੈਂਡ ਉਤਰੀ, ਮੇਰੇ ਸਾਹਮਣੇ, ਕਿਉਂਕਿ ਹਾਲੈਂਡ ਗੋਰਿਆਂ ਦਾ ਦੇਸ਼ ਹੈ, ਤੇ
ਸਾਰੇ ਜਿੰਨੇ 에ਅਰਪੋਰਟ ਤੇ ਕੰਮ ਕਰਦੇ ਇੱਕਦਮ ਹੁਣ ਆ ਤੁਸੀਂ 에ਅਰਪੋਰਟ ਤੇ ਜਾਓ ਲੰਡਨ ਚਲ ਜਾਓ ਸਾਰੇ ਇੰਡੀਅਨ ਮਿਲਣਗੇ ਪਾਕਿਸਤਾਨੀ ਮਿਲਣਗੇ ਹੋਰ ਦੇਸੀ ਲੋਕ ਮਿਲਣਗੇ ਇੱਥੇ ਹੀ ਚਲ ਜਾਓ ਤੁਸੀਂ ਹੁਣ ਮੈਂ ਕਿੱਥੇ ਆਈ ਹਾਂ ਦੋਹਾ ਚਲੋ ਉੱਥੇ ਤੇ ਹੈ ਹੀ ਭਲਾ ਹੈਗੇ ਆ ਹਾਲੈਂਡ ਵੀ ਹੁਣ ਤੁਸੀਂ ਹੁਣ ਚਲ ਜਾਓ ਤੇ ਤੁਹਾਨੂੰ ਦੇਸੀ ਲੋਕ ਮਿਲਣਗੇ ਸਾਰੇ ਹੈ ਨਾ ਤਕਰੀਬਨ ਪਰ ਮੈਂ 37 ਸਾਲ ਪਹਿਲਾਂ ਦੀ ਗੱਲ ਕਰਨੀ ਆ ਉਦੋਂ ਮੇਰੀ ਅੱਖਾਂ ਨੂੰ ਕੋਈ ਮੇਰੇ ਵਰਗੇ ਕਲਰ ਵਾਲਾ ਦੇਸੀ ਕੋਈ ਨਹੀਂ ਨਜ਼ਰ ਆਇਆ ਸੀ ਸਾਰੇ ਵਾਈਟ ਕਲਰ ਦੇ ਆਏ ਤੇ ਮੈਂ ਇੱਕਦਮ ਬੈਠੀ ਹਾਂ ਤੇ ਕਿਉਂਕਿ ਜਦੋਂ ਮੈਨੂੰ ਬੋਲਣ ਹੀ ਨਹੀਂ ਗਿਆ ਤੇ ਮੈਂ ਉਹਦੇ ਦੁਆਲੇ ਝਾਕਣ ਡਈ ਹਾਂ ਤੇ ਮੈਂ ਕਿਹਾ ਹਾਏ ਕਿੰਨੇ ਸੋਹਣੇ ਲੋਕ ਆ ਤੇ ਮੈਂ ਵੇਖਿਆ ਇੱਕ ਆਦਮੀ ਤੇ ਉਹ ਲੜਕਾ ਲੜਕੀ ਬਹੁਤ ਜਵਾਨ ਕੋਈ ਹੋਣੇ ਆ 6 ਫੀਟ ਹੈ ਨਾ ਦੋਨੋਂ ਜਾਣੇ ਇੰਨੇ ਜਵਾਨ ਤੇ ਮੈਂ ਕਿਹਾ ਵਾਹ ਇਹ ਕਿਸੇ ਦੀ ਤਰੀਕੇ ਨਾਲ ਇੰਨਾ ਮਤਲਬ ਕਿ ਮੈਂ ਵੇਖਣੀ ਫਿਰ ਮੈਂ ਆਖਿਆ ਚੱਲ ਠੀਕ ਹੈ ਮਤਲਬ ਕਿ ਮੈਨੂੰ ਬਹੁਤ ਚੰਗਾ ਜਿਵੇਂ ਮਤਲਬ ਕਿ ਹਵਾ ਦੇ ਵਿੱਚ ਪਿਆਰ ਮਤਲਬ ਭਰਿਆ ਹੋਇਆ ਸੀ ਉਸ ਹਾਲੈਂਡ ਦੀ ਧਰਤੀ ਤੇ ਮੈਨੂੰ ਬਹੁਤ ਵਧੀਆ ਲੱਗਣ ਡਿਆ ਸੀ ਤੇ ਫਿਰ ਜਿਹੜੀ ਔਰਤ ਸਾਡੀ ਹੈਗੀ ਸੀ ਜਿਹਨੇ ਸਾਨੂੰ ਟੈਕਸੀ ਕਰਕੇ ਤੇ ਉਸ ਐਮਬੈਸੀ 'ਚ ਲੈ ਕੇ ਜਾਣਾ ਸੀ ਅਮਰੀਕਨ ਐਮਬੈਸੀ 'ਚ ਵੀਜ਼ਾ ਲਵਾਉਣ ਲਈ ਤੁਹਾਨੂੰ ਮੈਂ ਦੱਸ ਨਹੀਂ ਸਕਦੀ ਇੰਨੀ ਬਿਊਟੀਫੁਲ ਆ ਤੇ ਮੈਂ ਇੰਨੀ ਜ਼ਿਆਦਾ ਉਹ ਬਿਊਟੀਫੁਲ ਆ ਕਿ ਮੈਂ ਰਹਿ ਨਹੀਂ ਸਕੀ ਮੈਂ ਉਹਨੂੰ ਹੱਕ ਕੀਤਾ ਅੱਜ ਤੱਕ 37 ਸਾਲ ਪੁਰਾਣੀ ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿ ਉਹ ਸਾਨੂੰ ਉੱਥੋਂ ਲੈ ਕੇ ਆਈ ਉਸ ਤੋਂ ਬਾਅਦ ਇੱਥੇ ਵਾਪਸ ਸਾਡਾ ਅਮਰੀਕਨ ਐਮਬੈਸੀ 'ਚ ਖੜਿਆ ਤੇ ਉੱਥੇ ਮਤਲਬ ਰਿਜੈਕਟ ਹੋ ਗਿਆ ਵੀਜ਼ਾ ਫਿਰ ਸਾਨੂੰ ਵਾਪਸ ਇਸੇ ਹਾਲੈਂਡ 에ਅਰਪੋਰਟ 'ਤੇ ਲੈ ਕੇ ਆਈ ਤੇ ਜਦੋਂ ਆਈ ਤੇ ਮੈਂ ਉਹਨੂੰ ਹੱਗ ਕੀਤਾ ਮੈਂ ਰਹਿ ਹੀ ਨਹੀਂ ਸਕੀ ਇੰਨੀ ਜ਼ਿਆਦਾ ਬਿਊਟੀਫੁਲ ਸੀ ਇੰਨੀ ਜ਼ਿਆਦਾ ਖੂਬਸੂਰਤੀ ਔਰ ਪਲੱਸ ਬਲਕਿ ਕਿ ਬਹੁਤ ਸਪੋਰਟਿੰਗ ਸੀ ਭਾਵੇਂ ਉਹਦੀ ਜੋਬ ਹੋਊਗੀ ਜਾਂ ਕੁਛ ਹੋਊਗੀ ਉਹ ਕੰਮ ਕਰ ਰਹੀ ਸਾਡੇ ਲਈ ਹੈ ਨਾ ਸਾਰਾ ਕੁਛ ਤੇ ਮੈਂ ਉਹਨੂੰ ਹੱਗ ਕੀਤਾ ਉਹ ਵੀ ਬੜੀ ਖੁਸ਼ ਨਹੀਂ ਕਿ ਮੈਂ ਉਹਨੂੰ ਹੱਗ ਕੀਤਾ ਤਾਂ ਉਹ ਬੜਾ ਹੋ ਗਈ ਕਿ ਮੈਂ ਦੇਸੀ ਹਾਂ ਇਹਦਾ ਕਲਰ ਵੇਖੋ ਤੇ ਮੇਰਾ ਵੇਖੋ ਨਾ ਇੱਦਾਂ ਦਾ ਕੁਛ ਨਹੀਂ ਹੈਗਾ ਉਹਨੇ ਵੀ ਮੈਨੂੰ ਹੱਗ ਕੀਤਾ ਤੇ ਮੈਂ ਬਹੁਤ ਜ਼ਿਆਦਾ ਮਤਲਬ ਕਿ ਵਧੀਆ ਮਹਿਸੂਸ ਕੀਤਾ ਫਿਰ ਮਤਲਬ ਕਿ ਇੱਦਾਂ ਕਰਦੇ ਹਾਂ ਅਸੀਂ ਕਾਫੀ ਦਿਨ ਹੋਟਲ 'ਚ ਰਹਿੰਦੇ ਹਾਂ ਤੇ ਉੱਥੇ ਇਹ ਬੋਲਦਾ ਹੋਊਗਾ ਉਹਨਾਂ ਲੋਕਾਂ ਨਾਲ ਹੋਰ ਜਿਹੜੇ ਸਾਡੇ ਦੇਸੀ ਲੋਕੀ ਸਾਡੇ ਮਤਲਬ ਜ਼ਿਲ੍ਹੇ ਦੇ ਜਾਂ ਸਾਡੇ ਦੇਸ਼ ਦੇ ਤੇ ਗੱਪਸ਼ਪ ਮਾਰਦਾ ਹੋਊਗਾ ਪਰ ਮੇਰੇ ਸਾਹਮਣੇ ਕੁਛ ਇੰਨਾ ਨਹੀਂ ਹੈ ਨਾ ਕਿ ਮੇਰੇ ਨਾਲ ਨਹੀਂ ਬੋਲ ਚੱਲ ਹੋਇਆ ਇੰਨਾ ਨਹੀਂ ਹੋਇਆ ਫਿਰ ਅਸੀਂ ਹਾਲੈਂਡ ਤੋਂ ਸਾਡੀ ਫਲਾਈਟ ਮੈਨੂੰ ਐਗਜ਼ੈਕਟਲੀ ਜਾਣਨੀ ਆ ਕਿ ਕਿਹੜੇ ਦਿਨ ਕਿੰਨੇ ਮਹੀਨੇ 'ਚ ਅਸੀਂ ਉੱਥੇ ਪਹੁੰਚੇ ਹਾਂ ਮੈਨੂੰ ਯਾਦ ਨਹੀਂ ਆ ਰਿਹਾ ਮੈਂ ਦੱਸਿਆ ਨਾ ਕਿ ਮੈਂ ਉਹਨਾਂ ਯਾਦਾਂ ਨੂੰ ਕਿੱਕ ਕਰਨ ਡਈ ਹਾਂ ਕਿ ਪਰਾਂ ਪਿਛਲੇ ਕੁਝ ਸਾਲਾਂ ਤੋਂ ਕਿੱਕ ਕਰਦੇ ਮੈਂ ਲੋਸਟ ਹੋ ਗਈ ਆਪੀ ਫਿਰ ਅਸੀਂ ਉਸ ਤੋਂ ਬਾਅਦ ਪਨਾਮਾ ਦੀ ਫਲਾਈਟ 'ਚ ਬੈਠੇ ਹਾਲੈਂਡ ਤੋਂ ਰੱਬ ਦੀ ਦੁਹਾਈ ਇੰਨੀ ਦੂਰ ਨਿਕਲਿਆ ਇੰਨੀ ਦੂਰ ਕਾਫੀ ਦੂਰ ਸੀ ਹੈ ਨਾ ਮੈਂ ਕਿ ਬਹੁਤ ਘੰਟੇ ਬੈਠੇ ਪਰ ਜਦੋਂ ਅਸੀਂ 에ਅਰਪੋਰਟ 'ਤੇ ਉਤਰਦੇ ਹਾਂ ਤੇ ਬਹੁਤ ਵਾਰਮ ਵੈਲਕਮ ਹੋਇਆ ਸਾਡੇ ਉਹਨਾਂ ਕਜ਼ਨ ਵੱਲੋਂ ਬਹੁਤ ਸਾਡੇ ਜਿਹੜਾ ਮੇਨ ਕਜ਼ਨ ਜਿਨ੍ਹਾਂ ਨੇ ਸਾਨੂੰ ਪਟੀਸ਼ਨ ਕੀਤੀ ਉਹਨਾਂ ਨੇ ਅੱਗੇ ਪਹਿਲਾਂ ਇੱਕ ਹੋਰ ਕਜ਼ਨ ਵੀ ਸੱਦਿਆ ਹੋਇਆ ਸੀ ਜਿਵੇਂ ਸਮਝੋ ਕਿ ਇੱਕ ਕਜ਼ਨ ਜਿਹੜੇ ਮੇਨ ਕਜ਼ਨ ਸੀ ਜਿਨ੍ਹਾਂ ਦਾ ਬਿਜ਼ਨਸ ਸੀ ਜਿਨ੍ਹਾਂ ਨੇ ਆਪਣੇ ਕੰਮ 'ਤੇ ਇਹਨੂੰ ਹਨਾ ਕਰਨਾ ਸੀ ਸੈੱਟ ਪਲੱਸ ਜਿਨ੍ਹਾਂ ਨੇ ਸਾਨੂੰ ਆਖਿਆ ਕਿ ਅਸੀਂ ਬਣ ਕੇ ਬਾਹਰ ਦੋਨਾਂ ਦੀ ਸਪੋਰਟ ਕਰਦੇ ਆ ਤੇ ਉਹ ਕਜ਼ਨ ਸਾਨੂੰ ਵੀ ਸੱਦਿਆ ਤੇ ਇੱਕ ਹੋਰ ਕਜ਼ਨ ਨੂੰ ਸਾਡੇ ਤੋਂ ਪਹਿਲਾਂ ਹੀ ਸੱਦਿਆ ਹੈ ਉਹ ਆਪਣੀ ਵਾਈਫ ਤੇ ਬੱਚਿਆਂ ਦੇ ਨਾਲ ਆਲਰੇਡੀ ਉਹਨਾਂ ਦੇ ਘਰ 'ਚ ਹੀ ਰਹਿ ਕੇ ਜੇ ਮੂਵ ਨਹੀਂ ਹੋਏ ਜੇ ਉਹਨਾਂ ਘਰ ਨਹੀਂ ਲਿਆ ਨਹੀਂ 에ਅਰਪੋਰਟ 'ਤੇ ਉਤਰਦੇ ਆ ਤੇ 에ਅਰਪੋਰਟ 'ਤੇ ਉਤਰਦੇ ਆ ਮੈਨੂੰ ਯਾਦ ਹੁੰਦਾ ਤੇ ਜਿਹੜੇ ਉਹ ਮਤਲਬ ਕਿ ਸਾਰੇ ਬੱਚੇ ਵੀ ਆਏ ਸਾਰੇ ਬਹੁਤ ਖੁਸ਼ ਹੋ ਰਹੇ ਸੀ ਪਰ ਮੈਂ ਦਿਲ ਵਿੱਚ ਸੋਚਦੀ ਹਾਂ ਉਹ ਤੇ ਖੁਸ਼ ਹੋ ਰਿਹਾ ਸੀ ਹੈ ਨਾ ਵੀ ਇਹ ਆ ਰਿਹਾ ਸਾਡੀ ਕਿੰਨੀ ਇੱਜ਼ਤ ਕਰ ਰਹੇ ਸੀ ਹੈ ਨਾ ਬਹੁਤ ਜ਼ਿਆਦਾ ਇੱਜ਼ਤ ਕੀਤੀ ਫਿਰ ਇਹ ਤੇ ਟੱਪ ਕੇ ਮਤਲਬ ਜਿਵੇਂ ਦੋ ਤਿੰਨ ਘਰ ਗਏ ਦੋ ਜਣੇ ਸੀ ਪਰ ਜਿਵੇਂ ਦੂਸਰਾ ਕਜ਼ਨ ਸੀ ਉਹਦੀ ਘਰ ਵੀ ਗਈ ਸੀ ਇੱਧਰ ਇਹਨਾਂ ਦੀ ਵੀ ਗਈ ਸੀ ਤੇ ਇੱਕ ਆਦਮੀ ਤੇ ਇਹ ਜੰਪ ਕਰਕੇ ਉੱਧਰ ਬੈਠ ਗਿਆ ਸੀ ਕਿਉਂ ਹੈ ਨਾ ਦੂਸਰੇ ਸਾਈਡ 'ਤੇ ਮੈਂ ਇਕੱਲੀ ਹਾਂ ਪਰ ਉਸ ਟਾਈਮ ਮੈਂ ਫੀਲ ਨਹੀਂ ਕੀਤਾ ਤੇ ਕੋਈ ਗੱਲ ਨਹੀਂ ਉਹ ਦੂਸਰੇ ਕਜ਼ਨ ਦੀ ਵਾਈਫ ਸੀ ਬੱਚੇ ਹੀ ਉਹਨਾਂ ਨਾਲ ਤੇ ਉਹ ਇੰਨੀ ਇੱਜ਼ਤ ਕਰਨ ਡਿਆ ਸੀ ਤੇ ਮੈਂ ਦਿਲ ਵਿੱਚ ਸੋਚਦੀ ਹਾਂ ਉਹਨਾਂ ਜਿੰਨੀ ਇੱਜ਼ਤ ਕੀਤੀ ਤੇ ਜੇ ਅਸੀਂ ਵੀ ਇਸ ਕਾਬਲ ਹੁੰਦੇ ਅਸੀਂ ਵੀ ਸਾਡੇ ਦੋਵਾਂ ਵਿੱਚ ਵੀ ਹੈਲਥੀ ਰਿਸ਼ਤਾ ਹੁੰਦਾ ਮੇਰਾ ਤੇ ਉਸ ਆਦਮੀ ਦਾ ਤੇ ਮਤਲਬ ਕਿੰਨੇ ਚਾਰ ਚੰਨ ਲੱਗ ਜਾਣੇ ਸੀ ਉਹਨਾਂ ਨੇ ਮਤਲਬ ਬਹੁਤ ਜ਼ਿਆਦਾ ਇੱਜ਼ਤ ਕੀਤੀ ਘਰ ਖੜਿਆ ਸੱਤੇ ਦਿਨ ਸਾਨੂੰ ਮਤਲਬ ਕਿ
ਵੀ ਮਤਲਬ ਕਿ ਨੈਕਸਟ ਕੁਛ ਮਹੀਨੇ 1 ਮਹੀਨਾ ਉਹਨਾਂ ਨੂੰ ਬਹੁਤ ਸਾਰੇ ਸੋਸ਼ਲ ਮਤਲਬ ਕਿ ਉਹਨਾਂ ਦੀ ਬਹੁਤ ਸਾਰਾ ਵਾਕਫੀਅਤ ਸੀ ਉਸ ਪਨਾਮਾ ਦੇ ਵਿੱਚ ਕੰਟਰੀ 'ਚ ਇੰਡੀਅਨ ਲੋਕ ਕਾਫੀ ਹੀ ਤੇ ਸਾਰਿਆਂ ਦੇ ਨਾਲ ਉਹਨਾਂ ਦਾ ਬਹੁਤ ਚਾਲ ਸੀ ਤੇ ਉਹ ਸਾਨੂੰ ਕਦੀ ਕਿੱਧਰੋਂ ਖਾਣਾ ਆ ਜਾਂਦਾ ਸੀ ਕਦੀ ਕਿੱਧਰੋਂ ਤੇ ਜਿਹੜੀਆਂ 5 ਸਾੜੀਆਂ ਇਹਨਾਂ ਦਿੱਤੀਆਂ ਸੀ ਨਾ ਉਹ ਮੈਨੂੰ ਉੱਥੇ ਕੰਮ ਆਈਆਂ ਕਿ ਉਹ ਸਾਰੀਆਂ ਕਜ਼ਨ ਦੀਆਂ ਵਾਈਫ ਉਹ ਸਾੜੀਆਂ ਪਾ ਕੇ ਜਾਂਦੀਆਂ ਸੀ ਤੇ ਫਿਰ ਮੈਂ ਵੀ ਪਾਈ ਹਨਾ ਸਾੜੀਆਂ ਤੇ ਫਿਰ ਉਹ ਜਾਣਾ ਪਾਰਟੀ ਦੇ ਬੀਚਸ ਉੱਥੇ ਬਹੁਤ ਹੈਗੀਆਂ ਪਨਾਮਾ 'ਚ ਹਨਾ ਮਤਲਬ ਕਿ ਬੀਚ ਦੇ ਉੱਤੇ ਉਹਨਾਂ ਜਾਣਾ ਹਰ ਵੀਕ 'ਤੇ ਉੱਥੇ ਕੋਈ ਗਰਮੀ ਸਰਦੀ ਨਹੀਂ ਹੁੰਦੀ ਪਨਾਮਾ ਵਿੱਚ ਸੈਂਟਰ ਅਮਰੀਕਾ ਵਿੱਚ ਉੱਥੇ ਇੱਕ ਜੈਸਾ ਵੈਦਰ ਹੁੰਦਾ ਇਹ ਸਭ ਚਾਪ ਲਾਰ ਕਾਫੀ ਚਿਰ ਰਹੇ ਪਰ ਮੇਰਾ ਰਿਲੇਸ਼ਨ ਜਿਹੜਾ ਸੀ ਨਾ ਉਦੋਂ ਦਾ ਉੱਦਾਂ ਹੀ ਮੈਂ ਇੱਦਾਂ ਹੀ ਮਤਲਬ ਕਿ ਨਾ ਕੁਆਰੀ ਨਾ ਵਿਆਹੀ ਮਤਲਬ ਕਿ next time I will talk to you.